बरनाला बस स्टैंड राजा वड़िंग अरदास छापे मार रही देखो सवेरे सवेरे। माइक ला जल्दी 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 बरनाले जी बरनाले PRTC दफ्तर सब वधिया खुश है कोई वधिया नहीं अभी तो छुट्टी करी होनी हाँ बहुत घट बच्चे बराबर दे पे जी 15 साल हो गए हम बराबर दे उम्र 43 साल ब्याह पहला करा लिया बच्चे बराबर दे हो गए हाँ बराबर दे हो गए लाटू कर ली 23 साल में ब्याह होया जी साडा सर हल करेंगे तनख्वाह बता रहे हैं थोड़ी मकान है सलाई है पक्के शुरू करो साडा तो बहुत होगा काम आज आज देखो चिट्ठी होगी कल कर दो चिट्ठी नहीं हुई नहीं हूं काली करी है चिट्ठी हुई कर रहे बहुत फायदा बंदे बंदे फिर रिपेयर करना से पूरे नहीं जी काटे सर बहुत करना बंदे होने जी 5 बंदे आप 60 के चेकिंग करने चाहिए डिटेल थोड़ी नहीं हुई उन चेक करोगे टायर पंप है जी ਅਸੀਂ 5 ਬੰਦੇ ਚੈੱਕ ਕਰਦੇ ਕਰਦੇ 5 ਬੰਦੇ ਵਿੱਚ ਕਿਹਦੇ ਛੁੱਟੀ ਹੁੰਦੀ ਹੈ ਜੀ ਟਾਈਮ ਦੇ ਕਿ ਇੱਕ ਬੰਦਾ ਛੁੱਟੀ ਕਰਦਾ 3 ਬੰਦੇ ਰਹਿ ਕੇ 3 ਬੰਦੇ ਬੰਦੇ ਦਾ ਕੰਮ ਕਰਦੇ ਕਦੀ ਚੈੱਕ ਕਰਨਗੇ ਰਸਤੇ ਬੰਦੇ ਕਿੰਨੇ ਚਾਹੀਦੇ ਹੋ ਜਦ ਬੰਦੇ ਕੋਲ 10 ਬੰਦੇ ਇੱਕ ਚਾਹੀਦੇ ਚਾਹੀਦੇ ਚੈੱਕ ਕਰੇ ਕਦੀ ਗੱਲ ਹਾਂ ਜੀ ਸਾਰੀ ਕਰ ਦੋ ਨਵੀਂ ਨਵੀਂ ਉਹ ਦੂਜੀ ਕਰੀ ਬ੍ਰੇਕ ਬਾਕਸ ਤੱਕ ਹੋਣੇ ਬੰਦੇ somewhere it's a driver shortage of drivers, somewhere it's a shortage of somewhere conductor. विपन मसाना जी लिख लो ये गल सर बात साहब है जी सर छुट्टी नहीं मिलती सानू जो दसो जी कोई हट देते आ रहा ना छुट्टी नहीं मिलती छुट्टी सानू कर दिंदे की हाल है ठीक है जी चेयरमैन साहब बढ़िया बढ़िया जी बहुत माड़ा हाल है ਤੁਹਾਡਾ ਇਹ ਪਤਾ ਕੀ ਹੈ ਜੀ ਜਿਹੜੀ ਬੱਸ ਸਟੈਂਡ ਦੀ ਪ੍ਰੋਬਲਮ ਆ ਉੱਪਰ ਪੁਲ ਚੌਂਕੀ ਬਣੀ ਹੋਈ ਆ ਉਹਨਾਂ ਦਾ ਗੰਦ ਉੱਧਰ ਤੇ ਆਉਂਦਾ ਗੰਦ ਕੀ ਹੈ ਯਾਰ ਪੁਲ ਸਾਰਾ ਗੰਦ ਆ ਰਿਹਾ ਨਾ ਉੱਧਰ ਤੇ ਬੱਸ ਸਟੈਂਡ ਇੱਕ ਐਸੀ ਚੀਜ਼ ਹੈ ਬੱਸ ਸਟੈਂਡ ਹਸਪਤਾਲ ਕਚਹਿਰੀ ਜੇ ਉਹੀ ਨਹੀਂ ਸਾਫ਼ ਠੀਕ ਹੈ ਗੱਲ ਫਿਰ ਆਪਣਾ ਕੰਮ ਖਰਾਬ ਪੱਕੇ ਤੌਰ ਤੇ ਅੱਗੇ ਨਾ ਇੰਨਾ ਮਾੜਾ ਬਿਲਕੁਲ ਹਾਲ ਹੈ ਜਿਹੜੀ ਬੱਸ ਸਾਡੀ ਨਾ ਬੱਸ ਸਟੈਂਡ ਦਾ ਮਾੜਾ ਹਾਲ ਕੀਤਾ ਪੈਸੇ ਨਹੀਂ ਆਏ ਪੈਸੇ ਆਈ ਨਹੀਂ ਹੋਈ ਸੀ ਕਰੋੜ ਰੁਪਏ ਟੈਂਡਰ ਲਾਇਆ ਜੀ ਅਲੱਗ ਦੇ ਪੰਜੀ ਰੁਪਏ ਕਿੱਥੇ ਸੀ ਇੰਪਰੂਵਮੈਂਟ ਹੁਣ ਦੁਕਾਨਾਂ ਪ੍ਰੋਪਰਟੀ ਵੇਚ ਕੇ ਕੰਮ ਸ਼ੁਰੂ ਕਰਿਆ ਗਵਰਨਮੈਂਟ ਤੋਂ ਸੇਵਾ ਦੇ ਨਾਲ ਰੁਪਏ ਹੀ ਨਹੀਂ ਪ੍ਰਾਈਵੇਟ ਸੇਵਾ ਕਰਦੇ ਬੈਠੇ ਜੀ ਚਲਾਇਆ ਹੁਣ ਸਾਲ ਦੇ ਟਰੱਕ ਐਂਗ ਕੀਤਾ ਜਿਵੇਂ ਤੁਸੀਂ ਰੋਡਵੇਜ਼ ਨੂੰ ਕੰਮ ਕਰਦੇ ਲੱਗੇ ਉਹ ਮੇਰੀ ਪ੍ਰੋਪਰਟੀ 12 ਲੱਖ ਰੁਪਏ ਦਿੰਦੇ ਸੀ ਚੇਅਰਮੈਨ ਚਾਰਜ ਲਿਆ ਹੁਣ ਅਸੀਂ ਇਕੱਠੇ ਕੀਤੇ ਪਾਈਏ ਗ੍ਰਾਂਟ 2 ਕਰੋੜ ਰੁਪਏ ਇਹਨੂੰ ਜਿਹੜੇ PDP ਨਹੀਂ ਪੰਜਾਬ ਨਿਰਮਾਣ ਵਾਲੇ ਨਹੀਂ ਪੰਜਾਬ ਨਿਰਮਾਣ ਵਾਲੇ ਜੀ क्लोज है हाँ हम देती है कब तो 1.5-2 साल हो गए उन्हें टेंडर फिर ये इम्प्रूवमेंट ट्रस्ट आएगा कि म्युनिसिपल कमेटी लाएगी ट्रस्ट लाओ ट्रस्ट लो एक ट्रस्ट लाया भाई के ਅਸੀਂ ਤੁਹਾਡੇ ਤੋਂ ਅੱਜ ਲਿਖ ਕੇ ਦੇ ਦਿਓ ਅਸੀਂ ਅੱਡਾ ਆਜ਼ਾਬ ਲੈ ਲੈਨੇ ਲੈ ਲਓ ਨਹੀਂ ਵਧੀਆ ਸੰਭਾਲ ਲਾਂਗੇ ਅਸੀਂ ਸੰਭਾਲ ਲੈਣੇ ਨੇ ਕਿ ਸੰਭਾਲਦੇ ਨਹੀਂ ਤੁਸੀਂ ਸੋ ਉਹ ਸਾਡੇ ਕੋਲ ਪੈਸੇ ਨਹੀਂ ਸੀ ਸੰਭਾਲੂ ਕਿੱਥੋਂ ਹੀ ਬੰਦਾ ਕੰਮ ਤਾਂ ਪੈਸੇ ਨਾਲ ਚੱਲਦਾ ਪੈਸੇ ਗਾਂ ਵੀ ਕਿੱਥੋਂ ਆਉਣਗੇ ਪੁਲ ਚੌਂਕੀ ਜਿਹੜੀ ਹੁਣ ਚੱਲੂ ਕੰਮ ਜਿਵੇਂ ਪੁਲ ਚੌਂਕੀ ਸੀ ਪਿੱਛੇ ਛਿਪ ਜਾਏਗੀ ਸਾਰਾ ਗਾਂਧੀ ਪੁਲ ਚੌਂਕੀ ਜਿਹੜੇ ਵਿੱਚ ਉਹਦੇ ਵਿਕਲ ਖੜੇ ਨੇ ਤੁਸੀਂ ਢਿੱਲੋਂ ਸਾਹਿਬ ਨਾਲ ਸਲਾਹ ਕਰ ਲਓ ਕਰੋੜ ਰੁਪਏ ਲਾ ਲਓ ਜਾਂ ਤਾਂ ਇਹਨੂੰ ਇਹ ਹੈ ਨਾ ਇਹਨੂੰ ਠੇਕੇ ਤੇ ਦਿਓ ਅੱਡਾ ਤੁਹਾਡਾ 35 ਲੱਖ ਦਾ ਅੱਡਾ ਚੜਦਾ ਹੈ ਨਹੀਂ ਜੀ ਅੱਡੇ ਦਾ ਮਾੜਾ ਮੇਰੀ ਬੇਨਤੀ ਸੁਣੀ ਅੱਡਾ ਤਾਂ ਜੀ ਪਹਿਲਾਂ ਕੋਈ ਲੈਂਦਾ ਨਹੀਂ ਤਾਂ ਜੀ ਆਪ ਠੇਕੇ ਤੇ ਚੜਵਾਇਆ ਜੀ ਪਹਿਲਾਂ 75 ਲੱਖ ਦਾ ਚੜਦਾ ਹੁੰਦਾ ਪਹਿਲਾਂ 1 ਕਰੋੜ ਦਾ ਵੀ ਚੜਿਆ ਜੀ ਚੜ੍ਹ ਕੋਈ ਲੈਂਦਾ ਹੀ ਨਹੀਂ ਜੀ ਉਹਨੇ ਜੀ ਧੱਕੇ ਨਾਲ ਦਿੱਤਾ ਜੀ ਲਵਾਇਆ ਇਹਨੂੰ ਆਪਦੇ ਬੰਦੇ ਨੂੰ ਕਿ ਵੀ ਚਲਾ ਲੈ ਕੋਈ
ਮੂਹਰੇ ਜਿਹੜਾ ਕੋਵਿਡ ਪਾਸੇ ਪੱਕੇ ਉਹ ਨਹੀਂ ਕੋਈ ਦਿੰਦਾ ਜੀ ਲੈਂਦਾ, ਕੋਈ ਲੈਣ ਨੂੰ ਤਿਆਰ ਨਹੀਂ, ਸਾਈਕਲ ਸਟੈਂਡ ਲੈਣ ਨੂੰ ਤਿਆਰ ਨਹੀਂ, ਵੀ ਘਾਟਾ ਪੈਂਦਾ ਇਹਦੇ ਵਿੱਚ। ਜੋ ਸਰਕਾਰ ਦੇ ਰੂਲ ਨੇ ਉਹਦੇ ਮੁਤਾਬਕ ਬੋਲੀ ਹੁੰਦੀ ਉਹ ਕਹਿੰਦੇ ਉਹ ਦੇ ਨਹੀਂ ਸਕਦੇ। ਇਹ ਪ੍ਰੋਬਲਮ ਕਿਹੜੀ ਹੁੰਦੀ? ਪਹਿਲਾਂ ਕਰੋੜ ਵਾਲਾ ਕੋਈ ਪਾਗਲ ਥੋੜੀ ਸੀ ਜਿਹੜਾ ਕਰੋੜ ਤੇ ਲੈ ਪਹਿਲਾਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਸੀ ਜੀ। ਹਾਂ ਤੇ ਫਿਰ ਕਮਾਈ ਹੋਰ ਵਧਣੀ ਚਾਹੀਦੀ ਸੀ। ਘਟੀ ਆਈ ਕਮਾਈ, ਬੱਸਾਂ ਨਹੀਂ 1.5 ਸਾਲ 2 ਸਾਲ ਲੋਕਡਾਊਨ ਹੋ ਗਿਆ ਜੀ, ਬੱਸਾਂ ਤਾਂ ਅੱਧੀਆਂ ਚੱਲਦੀਆਂ ਸੀ, ਲੈ ਹੀ ਨਹੀਂ, ਛੱਡ ਕੇ ਭੱਜ ਗਏ ਜੀ, ਘਾਟਾ ਪੈ ਗਿਆ ਜੀ। ਪਿਛਲੇ 35 ਲੱਖ ਘਾਟਾ ਪੈ ਗਿਆ, ਛੱਡ ਕੇ ਭੱਜ ਗਏ, ਸਾਡੇ ਸਿਰ ਪਿਆ ਕੇ ਇਹਦਾ ਹੱਲ ਕਰੋ। ਇਹਦਾ ਹੱਲ ਕਰ ਰਹੇ ਆ ਜੀ। ਜਾਂ ਤਾਂ ਤੁਸੀਂ ਰੱਖ ਲਓ ਅੱਡਾ, ਜੀ ਠੀਕ ਹੈ ਜੀ। ਜਾਂ ਸਾਨੂੰ ਸਾਡਾ ਅੱਡਾ ਵਾਪਸ ਦੇ ਦਿਓ। ਤੁਸੀਂ ਇਹ ਕਹਿੰਦੇ ਵੀ ਸਾਥੋਂ ਨਹੀਂ ਮੇਨਟੇਨੈਂਸ ਹੁੰਦੀ, ਪੀਆਰਟੀਸੀ ਆਪੇ ਸੰਭਾਲੂ, ਅਸੀਂ ਹੁਣ ਆਪ ਸੰਭਾਲ ਸਕਦੇ। ਇਸ ਲਈ ਜੇ ਸਾਡਾ ਹੁਣ ਕੰਮ ਕਰਾਉਂਦੇ ਫਿਰ ਦੂਆ ਦੇਖ ਲਾਂਗੇ। ਹੁਣ ਐਕਚੁਅਲੀ ਸਾਡਾ ਕੰਮ ਕੁਮ ਲਾਇਆ ਨੇ ਇਹਦੇ ਕਰੋੜ ਰੁਪਏ ਲਾਏ ਨੇ। ਉਹ ਤਾਂ ਮੇਰੇ ਖਿਆਲ ਨਾਲ ਟਾਈਮ ਲੱਗ ਜਾਣਾ। ਟੈਂਡ ਵਰਕਆਊਟ ਸ਼ੁਰੂ ਹੋਏ ਨੇ, ਪਾਣੀ ਦੀ ਲਾਈਨ ਪਾਈ ਹੈ ਕੱਢਣ ਦੇਖੇ ਤੁਸੀਂ ਕੱਢਦੇ। ਪਰ ਤੁਸੀਂ 1.5 ਕਰੋੜ ਚ ਕੀ ਕਰ ਦਿਓਗੇ ਯਾਰ? ਹੁਣ ਤੂੰ ਕੁਝ ਪੈਸੇ ਨਾਲ 3 ਕਰੋੜ ਰੁਪਏ ਆਇਆ ਤੂੰ ਮਹਿਕਮੇ ਨੇ ਦੇ ਥੋੜਾ ਨੀਚੇ ਦਾ ਤੋਂ ਮੰਗੇ ਨਹੀਂ। ਬਾਥਰੂਮਾਂ ਦਾ ਬਹੁਤ ਮਾੜਾ, ਸਫਾਈ ਦਾ ਥੋੜੇ 10 ਦਿਨ ਠੀਕ ਹੋ ਜਾਣਗੇ ਬਸ। ਇਹ ਸਰ ਕੀ ਹੈ ਜਿਹੜੀ ਪੁਲਿਸ 4.5 ਸਾਲਾਂ ਨਹੀਂ ਠੀਕ ਹੋਇਆ। ਉਹ ਸਾਡੇ ਕੋਲ ਤਾਂ ਹੈ ਨਹੀਂ ਜੀ, ਸਾਨੂੰ ਤਾਂ 1.5 ਸਾਲ ਹੋਏ ਬਣਿਆ ਨੂੰ ਜੀ। ਐਕਚੁਅਲੀ ਜਿਹੜੀ ਪੁਲਿਸ ਚੌਂਕੀ ਹੈ ਨਾ ਜੀ, ਪੁਲਿਸ ਚੌਂਕੀ ਦਾ ਗੰਦਾ ਸਭ ਤੋਂ, ਉਹਨਾਂ ਦੇ ਉੱਪਰੋਂ ਸਿੱਟੀ ਜਾਂਦੇ ਨੇ, ਉਹ ਥੱਲੇ ਆ ਜਾਂਦਾ। ਨਹੀਂ ਜੀ, ਪੁਲਿਸ ਚੌਂਕੀ ਦਾ ਦੇਖੋ, ਮੈਂ ਤੋੜ ਕਰਕੇ ਆਇਆ। ਪੁਲਿਸ ਚੌਂਕੀ ਦਾ ਆਪਦਾ ਗੰਦ ਹੋਏਗਾ, ਲੇਕਿਨ ਤੁਹਾਡੇ ਅੱਡੇ ਤੇ ਵੀ ਬਹੁਤ ਗੰਦ ਹੈ। ਮੈਨੂੰ ਤਾਂ ਤੁਹਾਡਾ ਕੋਈ ਸਫਾਈ ਵਾਲਾ ਬੰਦੇ 6 ਭਾਈ ਡੇਲੀ ਸਫਾਈ ਹੁੰਦੀ ਹੈ। ਐਕਚੁਅਲੀ ਹੋਰ ਪ੍ਰੋਬਲਮ ਕੀ ਹੈ ਜੀ, ਜਿਵੇਂ ਇੱਕ ਬੱਸ ਤੁਸੀਂ ਆਉਣੇ ਹੋ ਰੋਜ਼ ਅੱਡੇ? ਮੈਂ ਡੇਲੀ ਚੈੱਕ ਮਾਰਦਾ ਜੀ। ਇੱਕ ਹੋਰ ਦੱਸਦਾ ਕੀ ਪ੍ਰੋਬਲਮ, ਮੈਂ ਡੇਲੀ ਕਿਹੜਾ ਮਾਰ ਕੇ ਜਾਣਾ ਸਫਾਈ। ਇੱਕ ਹੋਰ ਪ੍ਰੋਬਲਮ ਜਿਵੇਂ ਕਈ ਬੱਸ ਆ ਗਈ ਜੀ, ਆਗੇ ਖੜੀ ਕਾਊਂਟਰ ਤੇ 5 ਮਿੰਟ ਝਾੜੂ ਕੀਤਾ, ਸਾਫ਼ ਕਰਕੇ ਉੱਥੇ ਜੀ। ਇਹ ਅਸੀਂ ਇਹਨਾਂ ਰੌਲਾ ਪਾਣਾ ਵੀ ਤੁਸੀਂ ਜਿਹਦੇ ਪਰੇ ਕਰਕੇ ਸਾਫ਼ ਕਰਿਆ ਕਰੋ। ਉਹ ਜਮਾਦਾਰ ਫੇਰ ਚੱਕਦਾ, ਫੇਰ ਬੱਸ ਖੜੀ, ਝਾੜੂ ਲਾ ਕੇ ਲਾਇਆ ਗੱਦੇ ਝਾੜੇ ਪਹਿਲਾਂ ਜੇ ਤੁਸੀਂ ਟੈਂਡਰ ਲਾਇਆ ਹੈ ਤਾਂ ਕੀ ਇਹ ਫਲੋਰਿੰਗ ਹੈ? ਫੋਕਸ ਫਲੋਰ ਸੜਕਾਂ ਦੇ ਫਰਸ਼। 1 ਮਿੰਟ ਯਾਰ, ਮੈਂ ਨਹੀਂ ਕਰਾਂਗਾ ਸਾਰੇ ਸੜਕਾਂ ਦੇ ਫਰਸ਼ ਸਾਰਾ ਦੇਖ ਰਹੇ ਜੀ, ਸਾਨੂੰ ਸਰਕਾਰ ਨੇ ਕਿਹਾ ਵੀ ਉਹ ਪਾ ਦਿਓ, ਪਾ ਦਿਓ। ਪਾ ਦੇ ਉਹ ਨਹੀਂ ਲੱਗਿਆ ਹੋਇਆ, ਉਹ ਸਸਤਾ ਪੈ ਜਾਏਗਾ। 15 ਦਿਨ ਪੈ ਜਾਏ। ਟੈਂਡਰ ਲਾਇਆ ਹੋਇਆ ਟੈਂਡਰ ਲੱਗਿਆ ਹਾਂਜੀ। ਲੋਕਾਂ ਦਾ ਕਿਹਨੂੰ ਦਿੱਤਾ ਹੈ? ਇਹ ਗੱਲ ਉਹਨੇ ਪਾਣੀ ਦੀ ਲਾਈਨ ਦਾ ਬੰਦ ਕੱਢਣ ਵਾਲੀ ਛੱਡਾਂ ਦੇ ਵੀ ਪਾਣੀ ਨਿਕਲਦਾ ਕੀਤਾ ਨਾ, ਪਹਿਲਾਂ ਪਾਣੀ ਨਿਕਲਦਾ ਸੀ, ਹੁਣ ਪਾਣੀ ਦੱਬਦੀ ਲੈਣ, ਉਹ ਬਾਹਰ ਨੂੰ ਜੋੜਿਆ ਸੀਵਰੇਜ ਨਾਲ, ਹੁਣ ਲੋਕ ਇਹਦੇ ਵਿੱਚ ਪਾ ਦਿੰਦੇ। ਕੰਕਰੀਟ ਦਾ ਫਰਸ਼ ਕਹਿੰਦੇ ਜੀ ਆ, ਜਾਂ ਲੋਕਾਂ ਮੈਂ ਲੋਕ ਪਾ ਦਿਓ। ਲੋਕ ਪਾਵਾਂਗੇ ਕੁਛ ਲੈ ਲਾਂਗੇ ਇਹ 15 ਦਿਨ ਛੱਡ ਹੋ ਜਾਣਾ। ਜੇ ਹੋਰ ਕਿੱਥੇ ਫੋਟੋ ਖਿੱਚ ਆਈਡੀ ਆਈਡੀ ਸਾਈਡ ਕਿੱਥੇ ਲਾ ਰਹੇ ਹੋ? ਕਰਕੇ ਉਹ 50 ਹੋ ਗਏ ਹੈ। ਨਹੀਂ ਆਪਣਾ ਨਹੀਂ, ਤੈਨੂੰ ਕੀ ਹੋ ਗਿਆ ਐਡਾ ਪੱਕੇ ਪੁੱਕੇ ਲੱਗੇ ਸਾਰਾ ਲਾਮੇ ਛੱਡ ਕੇ ਪੱਕੇ ਕੋਈ ਸਭ ਤੋਂ ਵੱਡੀ ਤਾਂ ਬਾਤ ਪਬਲਿਕ ਪੈਸੇਂਜਰ ਹੈ ਠੀਕ ਹੈ। 2x2 ਦੀ ਟਾਈਮ ਉਹਦਾ ਵੀ ਟੈਂਡਰ ਲੱਗਿਆ ਹੋਇਆ, ਪਰ ਮੈਂ ਕਿਹਦੇ ਕੋਲ ਆਓ ਰਾਤ ਦੇ ਟਾਇਰ ਦੇ ਬੰਦੇ ਜਿੱਥੇ ਪਬਲਿਕ ਜਿਹੜੀ ਉੱਥੇ ਜਿੱਥੇ ਪਬਲਿਕ ਦਾ ਇਹ ਬਾਤ ਗੱਡੀ ਥੱਲੇ ਕੋਈ ਉਹਦੀ ਫਲੋਰਿੰਗ ਵੇਟਿੰਗ ਏਰੀਆ ਦੀ ਸਾਰਾ ਚੇਂਜ ਕਰਨਾ ਹੈ ਹਾਂਜੀ। ਉਹ ਟੈਂਡਰ ਹੀ ਗੱਡੀ ਤੇ ਉਹ 2 ਮਿੰਟ 12 ਲੱਖ ਰੁਪਏ ਇਕੱਠੇ ਕਰਕੇ ਤਾਂ ਹੁਣ ਚਲਾਇਆ ਜੀ। ਸ਼ਾਰਟ ਦੇ ਵਿੱਚ ਕੰਮ ਕੋਈ ਨਹੀਂ। ਦੋ ਗੱਲਾਂ ਤੁਸੀਂ ਕਰਦੇ ਜਾਂ ਤਾਂ ਇਹ ਮਹੀਨੇ ਚ 20 ਦਿਨਾਂ ਚ ਠੀਕ ਕਰੋ, ਨਹੀਂ ਹੱਥ ਖੜੇ ਕਰਕੇ ਸਾਨੂੰ ਦੇ ਦਿਓ, ਮੈਂ ਜਾਣਾ ਮੇਰਾ ਕੰਮ। ਇੱਕ ਮਹੀਨਾ ਤੁਸੀਂ ਦਿਓ, ਮਹੀਨੇ ਤੋਂ ਦਿੰਦੇ 20 ਦਿਨ ਦੇ ਦਿਓ। 1 ਕਰੋੜ ਰੁਪਇਆ ਹੋਰ ਮੈਂ ਦੇ ਦੇਣਾ ਇਹਦੇ तो ਇਹਦੇ ਵਾਸਤੇ ਪੱਖੇ, ਵਾਈਟ ਵਾਸ਼, ਉੱਪਰ ਫਰਸ਼, ਫਲੋਰਿੰਗ ਜਿੱਥੇ ਵੇਟਿੰਗ ਏਰੀਆ ਹੈ, ਉਹਦੀਆਂ ਕੁਰਸੀਆਂ, ਵਾਸ਼ਰੂਮ, ਕੋਈ ਉੱਪਰ ਡਸਟਬਿਨ ਡਸਟਬਿਨ ਫਿੱਟ ਕੱਟ ਕਰ ਦੇ ਇਹਦੇ ਨਾਲ ਤੁਹਾਡੀ ਢਿੱਲੋਂ ਸਾਹਿਬ ਦੀ ਬਿਲਕੁਲ ਬਿਲਕੁਲ ਮਹੀਨੇ ਤੇ ਲੋਕ ਕਹਿਣਗੇ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਕੁਝ ਕਰ ਰਿਹਾ। ਇਹ ਸਾਡੇ ਕੋਲ ਜਿੰਦੇ ਮੈਂ ਚਲੋ ਸਾਰੇ ਮੀਡੀਆ ਖੜਾ ਜਿਹਦੇ ਚਾਰਜ 12 ਲੱਖ ਰੁਪਏ ਉਹ ਤੋਂ ਅਸੀਂ ਪ੍ਰਾਪਰਟੀ ਵੇਚ ਕੇ ਮਨਜ਼ੂਰੀਆਂ ਲੈ ਕੇ ਤੁਹਾਨੂੰ ਪਤਾ ਕਿਵੇਂ ਲਈਆਂ ਤਾਂ ਹੁਣ ਗੱਡੀ ਲੈਂਦੇ ਜਾਂਦੀ ਜੀ। ਹੁਣ ਪੰਜਾਬ ਨਿਰਮਾਣ ਇਹਨੇ ਤਾਂ ਤੁਸੀਂ ਆਪਦੇ ਕੋਲੋਂ ਲਾ ਸਕਦੇ ਹੋ ਚੇਅਰਮੈਨ ਸਾਹਿਬ। ਤੁਸੀਂ ਲਾ ਸਕਦੇ ਨੇ ਮੈਂ ਤਾਂ ਦੇ ਰਿਹਾ ਅੱਜ ਲਿਖਤਾ ਵੀ ਸਰ ਇੱਕ ਵਾਰ ਸਾਨੂੰ ਡੇਢ ਨਾਲ ਨਹੀਂ ਚੱਲਦਾ ਤੁਹਾਨੂੰ ਵਾਈਟ ਲਿਆ ਕੀ ਮਤਲਬ ਲੈਪਲ ਦੇ ਹੈਗਾ ਲੱਗਿਆ ਹੋਇਆ ਡੇਢ ਬੈਂਡ ਕਰੋੜ ਥੋੜਾ ਸੈਂਡ ਰੱਖੀ ਕਰੋਗੇ ਨੋਟ ਬੰਦ ਕਰ ਸਕਦੇ ਮਾਈਕ ਫੜ ਕੇ ਬੁਲਾ ਰਹੇ ਨੇ ਬਣਾ ਵੀ ਚਲੋ ਹੁਣ ਨਿੰਮੇ ਵੀਰੇ ਫੜੀ ਭਾਈ ਇੱਕ ਮਿੰਟ ਵੀਰੇ ਫੜਾ ਇੱਕ ਮਿੰਟ ਛੱਡ ਲੈਪਲ ਲੱਗ ਗਿਆ ਤੇਰਾ ਔਰੇ ਮੂਰ ਨੂੰ ਆਇਆ ਉਰੇ ਯਾਰ ਬਾਹਰ ਨਿਕਲ ਕੇ ਕਾਹਨੂੰ ਇਧਰ ਲੱਗ ਰਹੀ ਮੇਰੇ ਯਾਰ ਸੂਰਜ ਮੂਰੇ ਥੋੜਾ ਹੀ ਮੈਂ ਕਰਦਾ ਇੱਕ ਮੈਂ ਉਹ ਪੁੱਛਣਾ ਇੱਕ ਮਿੰਟ ਰੁਕੋ ਚੱਲ ਆਲਾ ਜਗ੍ਹਾ ਦਾ ਕਬਜ਼ਾ ਕਰਿਆ ਹੋਇਆ ਟਰਸਟ ਤੇ ਜੀ ਟਰਸਟ ਦੀ ਜਗ੍ਹਾ ਤੇ ਇੱਕ ਮਿੰਟ ਬਾਹਰ ਇੱਕ ਮਿੰਟ ਲੱਗਦਾ ਵੀਰੇ ਮੈਂ ਦੱਸੂਗਾ ਮੈਂ ਤਾਂ ਪੁੱਛਿਆ ਨਾਲਾ ਉਹ ਜਿੰਨਾ ਦਾ ਕੰਮ ਆ ਰਿਹਾ ਇਧਰੋਂ ਦੇਖ ਇੱਕ ਮਿੰਟ ਓਕੇ ਰੈਡੀ ਸਾਰੇ ਆ ਫੋਨ ਛੱਡ ਇੱਕ ਮਿੰਟ ਲੈ ਛੱਡ ਦੇ ਰੋਲ ਹਾਂ ਓਕੇ ਹਲੇ ਸੂਰਜ ਔਨ ਕਰ ਰੋਲ ਔਨ ਕਰ ਸਰ ਤੁਸੀਂ ਬੱਸ ਸਟੈਂਡ ਤੇ ਪਹੁੰਚੇ ਤੇ ਕੀ ਕਹਿਣਾ ਚਾਹੁੰਦੇ ਬਸ ਮੈਂ ਅੱਜ ਜਿਹੜੀ ਵਿਜ਼ਿਟ ਕੀਤੀ ਹੈ ਬਿਨਾਂ ਕਿਸੇ ਨੂੰ ਦੱਸਿਆ ਅੱਜ ਆਇਆ ਸੀਗਾ।
ਸੋ ਬਰਨਾਲਾ ਬੱਸ ਸਟੈਂਡ ਦੀਆਂ ਕਾਫੀ ਦਿੱਕਤਾਂ ਨੇ। ਚੇਅਰਮੈਨ ਸਾਹਿਬ ਨੂੰ ਸੱਦਿਆ ਅਸੀਂ, ਇਹ ਜਿਹੜਾ ਬੱਸ ਸਟੈਂਡ ਹੈ ਇਹ ਇੰਪਰੂਵਮੈਂਟ ਟਰਸਟ ਦੇ ਅੰਦਰ ਹੈ। ਸੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਜਾਂ ਤਾਂ ਇਹਦੇ 'ਚ ਇੰਪਰੂਵਮੈਂਟ ਤੇ ਤੁਸੀਂ ਸੁਧਾਰ ਲੈ ਕੇ ਆਓ, ਨਹੀਂ ਤੁਸੀਂ ਵਿਡਰਾਅ ਕਰ ਦਿਓ ਇਹ ਵੀ ਇਹ ਬੱਸ ਸਟੈਂਡ ਅਸੀਂ ਨਹੀਂ ਸੰਭਾਲ ਸਕਦੇ ਤਾਂ PRTC ਸੰਭਾਲ ਲਏਗੀ। ਲੇਕਿਨ ਮੈਨੂੰ ਸਾਡੇ ਚੇਅਰਮੈਨ ਸਾਹਿਬ ਤੇ ਪੂਰਨ ਵਿਸ਼ਵਾਸ ਹੈ। ਉਹਨਾਂ ਨੇ ਕਿਹਾ ਕਿ 1 ਕਰੋੜ ਰੁਪਏ ਦੇ ਅਸੀਂ ਟੈਂਡਰ ਲਾ ਚੁੱਕੇ ਹਾਂ, ਫਲੋਰਿੰਗ ਕਰ ਰਹੇ ਹਾਂ ਸਾਰੀ। 1.5 ਕਰੋੜ ਰੁਪਇਆ ਅਸੀਂ ਵੀ ਟਰਾਂਸਪੋਰਟ ਮਹਿਕਮਾ ਇਹਨਾਂ ਨੂੰ ਦੇਗਾ ਇੱਕ ਅੱਧੇ ਦਿਨ ਦੇ ਵਿੱਚ। ਅਸੀਂ ਇਹਨਾਂ ਨੂੰ ਆਲਰੇਡੀ ਇਹਨਾਂ ਦੇ ਐਸਟੀਮੇਟਸ ਆ ਗਏ ਹੋਣੇ ਹੈ, ਨਹੀਂ ਆਏ ਤਾਂ ਇਹ ਭੇਜ ਦੇਣ ਤਾਂ ਜੋ ਅਸੀਂ ਇਹਨਾਂ ਨੂੰ ਪੈਸਾ ਰਿਲੀਜ਼ ਕਰ ਦਈਏ। ਯਾਨੀ ਕਿ ਜੇ 2.5 ਕਰੋੜ ਰੁਪਇਆ ਲੱਗ ਜਾਏ ਬੱਸ ਸਟੈਂਡ ਤੇ ਬੱਸ ਸਟੈਂਡ ਬਹੁਤ ਸੋਹਣਾ ਬਣ ਸਕਦਾ। ਅੱਜ ਦੇ ਜਿਹੜੇ ਹਾਲਾਤ ਨੇ ਉਹ ਬਹੁਤੇ ਕੋਈ ਚੰਗੇ ਹਾਲਾਤ ਬੱਸ ਸਟੈਂਡ ਦੇ ਨਹੀਂ ਹਨ। ਸੋ ਮੈਂ ਸਮਝਦਾ ਕਿ ਸਭ ਤੋਂ ਜ਼ਰੂਰੀ ਜਿੱਥੇ ਪਬਲਿਕ ਫੁੱਟਫਾਲ ਹੁੰਦਾ ਹੈ, ਜਿੱਥੇ ਜਨਤਾ ਆਉਂਦੀ ਹੈ, ਉਹ ਚੀਜ਼ਾਂ 'ਚ ਸੁਧਾਰ ਹੋਣਾ ਚਾਹੀਦਾ। ਦੂਸਰੀ ਕੋਈ ਰਹਿ ਜੇ ਤਾਂ ਰਹਿ ਜੇ। ਮੈਂ ਸਮਝਦਾ ਕਿ ਪੈਸੇ ਦੀ ਵੀ ਦਿੱਕਤ ਹੁੰਦੀ ਹੈ, ਪੈਸਾ ਨਹੀਂ ਹੁੰਦਾ, ਲੇਕਿਨ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ, ਹਸਪੀਟਲਸ ਨੇ, ਕਚਹਿਰੀਆਂ ਨੇ, ਬੱਸ ਸਟੈਂਡਸ ਨੇ, ਜਿੱਥੇ ਰੋਜ਼ਾਨਾ ਪਬਲਿਕ ਨੇ ਉੱਥੇ ਬਹੁਤ ਸਾਫ਼ ਸੁਥਰਾ ਵਾਤਾਵਰਨ ਤੇ ਉੱਥੇ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ। ਅਚਨਚੇਤ ਦੌਰਾ ਮੈਂ ਕੀਤਾ ਕੀ ਕਮੀ ਪਈ? ਉਮੀਦ ਕਰਦਾ ਕਿ ਚੇਅਰਮੈਨ ਸਾਹਿਬ ਨੂੰ ਅਸੀਂ 1.5 ਕਰੋੜ ਰੁਪਇਆ ਦੇ ਰਹੇ ਹਾਂ, ਕਰੋੜ ਇਹ ਲਾ ਰਹੇ ਹੈ। ਸੋ ਇਹਨਾਂ ਨੂੰ ਉਮੀਦ ਕਰਦਾ ਕਿ ਇਹਨੂੰ ਸੋਹਣਾ ਇੱਕ ਨਮੂਨੇ ਦਾ ਜਿਹੜਾ ਬੱਸ ਸਟੈਂਡ ਆਉਣ ਵਾਲੇ ਸਮੇਂ 'ਚ ਬਰਨਾਲਾ ਅਸੀਂ ਮਹੀਨੇ ਦੇ ਵਿੱਚ ਇਹਨੂੰ ਤਿਆਰ ਕਰਾਂਗੇ। ਸਰ ਅਚਨਚੇਤ ਦੌਰਾ ਕੀਤਾ ਗਿਆ ਕੀ ਕਮੀਆਂ ਪਾਈਆਂ ਗਈਆਂ ਨੇ? ਕਮੀਆਂ ਤਾਂ ਤੁਸੀਂ ਦੇਖ ਰਹੇ ਹੋ ਕਿ ਸਫਾਈ ਬਹੁਤ ਘੱਟ ਹੈ। ਜਿਹੜਾ ਬੱਸ ਸਟੈਂਡ ਆ ਉਹਦੇ ਹਾਲਾਤ ਬਹੁਤ ਨਾਜ਼ੁਕ ਹਨ। ਉਹਦੇ ਫਲੋਰਿੰਗ ਲੱਗਣ ਵਾਲੀ ਹੈ, ਕਾਫੀ ਉਹਦੇ ਫਰਸ਼ ਲੱਗਣ ਵਾਲਾ ਹੈ। ਜਿਹੜਾ ਬਾਹਰ ਜਿੱਥੇ ਗਰਾਊਂਡ ਜਿਹੜਾ ਫਰਸ਼ ਹੁੰਦਾ ਹੈ, ਪਬਲਿਕ ਵਾਸਤੇ ਕਾਫੀ ਸਹੂਲਤਾਂ ਦੇ ਵਿੱਚ ਕਮੀ ਹੈ। ਉਹਨੂੰ ਆਉਣ ਵਾਲੇ ਸਮੇਂ 'ਚ ਅਸੀਂ ਮਹੀਨੇ ਦੇ ਵਿੱਚ ਇਹਦੀ ਤਿਆਰੀ ਕਰਕੇ ਠੀਕ ਕਰਦੇ ਹਾਂ। ਟੈਂਡਰ ਜਿਵੇਂ ਇੱਥੇ ਬੜਿੰਗ ਸਾਹਿਬ ਨਾ ਇੱਥੇ ਪਾਣੀ ਨਾ ਉੱਪਰ ਪੱਖਾ, ਕੋਈ ਚੀਜ਼ ਦੀ ਜਿਹੜੀ ਚੀਜ਼ ਹੈ ਸਭ ਟੁੱਟੀਆਂ ਫੁੱਟੀਆਂ ਨਜ਼ਰ ਆ ਰਹੀਆਂ ਨੇ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਪੱਖਾ ਵੀ ਟੁੱਟਿਆ ਹੈ, ਉੱਪਰ ਪਾਣੀ ਵੀ ਹੈ। ਮੈਨੂੰ ਪਤਾ ਹੈ ਪੱਤਰਕਾਰ ਸਾਹਿਬ ਸਰ ਕੈਮਰੇ ਵੀ ਖਰਾਬ ਹੈ ਇੱਥੋਂ ਦੇ, ਜੋ ਸੁਣਨਾ ਚਾਹੁੰਦੇ ਕੈਮਰੇ ਤਾਂ ਅਗਲੀ ਗੱਲ ਹੋਗੀ ਨਾ ਬ੍ਰਦਰ। ਪਾਣੀ ਜੇ ਹੈ ਨਹੀਂ ਤਾਂ ਫਿਰ ਕੈਮਰਾ ਤਾਂ ਖਰਾਬ ਹੋਊਗਾ ਹੀ ਹੋਊਗਾ। ਸੋ ਬਿਲਕੁਲ तमाम ਬੁਨਿਆਦੀ ਸਹੂਲਤਾਂ ਸਾਡੇ ਚੇਅਰਮੈਨ ਸਾਹਿਬ ਤੇ ਮੈਂ ਦੋਨੋਂ ਰਲ ਕੇ ਅਸੀਂ ਆਉਣ ਵਾਲੇ ਮਹੀਨੇ ਦੇ ਵਿੱਚ ਇਹ ਸਾਰੀਆਂ तमाम ਚੀਜ਼ਾਂ ਪੂਰੀਆਂ ਕਰ ਰਹੇ ਹਾਂ। ਪਹਿਲਾਂ ਵੀ ਟਰਾਂਸਪੋਰਟ ਮੰਤਰੀ ਨੇ ਪਰ ਆਪ ਜੀ ਵੱਲੋਂ ਲਗਾਤਾਰ ਬੱਸ ਸਟੈਂਡ ਦੇ ਦੌਰੇ ਕੀਤੇ ਜਾ ਰਹੇ ਨੇ ਤੇ 1.5 ਕਰੋੜ ਸਾਡੇ ਬਰਨਾਲੇ ਨੂੰ ਦਿੱਤਾ। ਕਿਸ ਤਰ੍ਹਾਂ ਅੱਗੇ ਥੋੜਾ ਇੱਥੇ ਮੇਰਾ ਕੰਮ ਹੀ ਦੌਰੇ ਕਰਨਾ ਹੈ। ਜੇ ਮੰਤਰੀ ਘੁੰਮੂਗਾ ਫਿਰੂਗਾ ਫਿਰ ਉਹਨੂੰ ਪਤਾ ਲੱਗੂਗਾ ਵੀ ਬਰਨਾਲੇ ਦੇ ਕਿਹੜੇ ਚੌਂਕ 'ਚ ਟੋਆ ਹੈ, ਤੇ ਜੇ ਘਰੇ ਸੁੱਤਾ ਪਿਆ ਰਹੂਗਾ ਫਿਰ ਉਹਨੂੰ ਕੀ ਪਤਾ ਲੱਗਣਾ ਵੀ ਕੀ ਹੈ। ਹੁਣ ਮੈਂ ਆਇਆ ਇੱਥੇ, ਮੈਨੂੰ ਪਤਾ ਲੱਗਿਆ ਕਿ ਇੰਪਰੂਵਮੈਂਟ ਟਰਸਟ ਕੋਲ ਇਹ ਅੱਡਾ ਹੈ, ਇਹਨੇ 1 ਕਰੋੜ ਰੁਪਏ ਦਾ ਟੈਂਡਰ ਲਾਤਾ ਹੈ। 1.5 ਕਰੋੜ ਰੁਪਏ ਅਸੀਂ ਇਹਨਾਂ ਨੂੰ ਦੇ ਰਹੇ ਹਾਂ, ਹੋਰ ਵੀ ਅਗਰ ਘਟਦਾ ਹੋਏਗਾ ਦੇ ਦੇਵਾਂਗੇ, ਲੇਕਿਨ ਇਹਨੂੰ ਵਧੀਆ ਬੱਸ ਸਟੈਂਡ ਬਣਾਵਾਂਗੇ। ਸੋ ਜਿੰਨਾ ਘੁੰਮਾਂਗੇ, ਜਿੱਥੇ ਜਾਵਾਂਗੇ, तमाम ਤਕਲੀਫਾਂ ਲੋਕਾਂ ਦੇ ਵਿੱਚ ਪਤਾ ਲੱਗਿਆ ਕਿ MRP ਤੋਂ ਵੱਧ ਅੱਡਿਆਂ 'ਚ ਪੈਸੇ ਲਏ ਜਾਂਦੇ ਆ। ਉੱਥੇ ਰੇਟ ਲਿਸਟ ਅੱਜ ਮੈਂ ਲੱਗੀ ਤੁਹਾਡੇ ਵੇਖੀ, ਬਿਕੋਜ਼ ਇਹ ਪੁਰਾਣੀਆਂ ਹਦਾਇਤਾਂ ਦਿੱਤੀਆਂ। ਸੋ ਬਿਲਕੁਲ ਹੁਣ GM ਸਾਹਿਬ ਦੀ ਇੱਥੇ 6 ਬੰਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਨੇ ਦਿੱਤੇ ਹੈ। ਸੋ ਮੈਂ ਚੇਅਰਮੈਨ ਸਾਹਿਬ ਨੂੰ ਕਹੂੰਗਾ ਵੀ ਉਹਨਾਂ ਨੂੰ ਕਿਹਾ ਵੀ ਸਾਡੇ GM ਸਾਹਿਬ ਦੇ ਵੀ ਹੁਕਮ ਮੰਨਿਆ ਕਰਨ। ਜਿਹੜਾ ਨਹੀਂ ਮੰਨਦਾ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ GM ਦੀ ਜ਼ਿੰਮੇਵਾਰੀ ਹੈ ਸਾਰਾ ਅੱਡੇ ਨੂੰ ਚੈੱਕ ਕਰਨਾ, ਸਫਾਈ ਦੇਖਣੀ। ਜੇ ਉਹਦੀ ਗੱਲ ਹੀ ਨਹੀਂ ਕੋਈ ਮੰਨੇਗਾ ਤਾਂ ਫਿਰ ਉਹ GM ਕੀ ਕਰੇਗਾ ਵਿਚਾਰਾ। ਸੋ ਇਹ ਵੀ ਤੁਸੀਂ ਸਟਾਫ, ਤੁਹਾਡਾ ਸਟਾਫ, ਅੱਡੇ ਦਾ ਸਟਾਫ ਤੇ ਸਾਡਾ GM ਇਹ ਬੈਠ ਕੇ ਮੀਟਿੰਗ, ਇਹ ਮੈਨੂੰ ਲੱਗਦਾ ਕਿ ਆਪਸ ਵਿੱਚ ਤਾਲਮੇਲ ਵਧਾਉਣ ਤਾਂ ਜੋ ਅਸੀਂ ਅੱਡੇ ਨੂੰ ਮੁਕੰਮਲ ਤੌਰ ਤੇ ਜਿਹੜਾ ਕੋਈ ਮਹਿਕਮੇ ਦਾ ਕਰਨ ਵਾਲਾ ਕੰਮ ਆ ਉਹ ਅਸੀਂ ਕਰਾਂਗੇ, ਜਿਹੜਾ ਕੋਈ ਇੰਪਰੂਵਮੈਂਟ ਟਰਸਟ ਦੇ ਕੰਮ ਕਰਨ ਵਾਲਾ ਉਹ ਇਹ ਕਰਨ। ਸੋ ਇਹ ਅਸੀਂ ਆਉਣ ਵਾਲੇ ਸਮੇਂ 'ਚ ਇਹ तमाम ਚੀਜ਼ਾਂ। ਬੜਿੰਗ ਸਾਹਿਬ ਕਿਵੇਂ ਕੋਈ ਪ੍ਰਾਈਵੇਟ ਬੱਸਾਂ ਗਿਆ ਸੰਗਰੂਰ ਤੱਕ ਪ੍ਰੋਟੈਕਟ ਪਟਿਆਲ ਤੱਕ ਦੀ ਕੱਟਦੇ ਜੀ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਐਸਾ ਮੈਨੂੰ ਤੁਸੀਂ ਧਿਆਨ 'ਚ ਲਿਆ ਦਿਓ, ਹੁਣੇ ਫੜ ਕੇ ਬੌਂਡ ਕਰ ਦਿਓ। ਸਰ ਕੁਝ ਬੱਸਾਂ ਹੈਗਾ ਤੁਸੀਂ ਟਰੈਵਲ ਕਰ ਸਕਦੇ ਹੋ, ਉਹ ਟਿਕਟ ਪਟਿਆਲ ਦੀ ਕੱਟਦੇ ਆ, ਜਾਂਦੇ ਆ ਸੰਗਰੂਰ ਤੱਕ ਬੱਸਾਂ। ਮੈਂ ਖੁਦ ਟਰੈਵਲ ਕੀਤਾ ਜੀ ਬੱਸ ਤੇ। ਕਿਹੜੀ ਐਸੀ ਬੱਸ ਹੈ? ਉਹ ਸਰ ਅੱਗੇ ਟਾਈ ਅਪ ਕਰਾ ਦਿੰਦੇ ਟਾਈ ਅਪ ਕਰਾ ਦਿੰਦੇ ਜੀ, ਇੱਥੋਂ ਬਿਠਾ ਲੈਂਦੇ ਨੇ ਸਵਾਰੀ ਨੂੰ ਵੀ ਚੰਡੀਗੜ੍ਹ ਜਾਊਗੀ, ਸੰਗਰੂਰ ਜਾ ਕੇ ਰੋਕ ਦਿੰਦੇ ਨੇ। ਇਹਦੇ ਬਾਰੇ ਕੀ ਕਹੋਗੇ ਤੁਸੀਂ? RTA ਸਾਹਿਬ ਸਰ ਐਸੀਆਂ ਜਿੰਨੀਆਂ ਬੱਸਾਂ ਉਹ ਅੱਜ ਸ਼ਾਮ ਤੱਕ ਇੰਪਾਊਂਡ ਕਰਕੇ ਬੰਦ ਕਰ। ਸਰ ਇੱਕ ਬੜਿੰਗ ਸਾਹਿਬ ਸੋ ਮੇਰੀ ਇੱਕ ਵੀ ਬੱਸ ਅਗਰ ਇਦਾਂ ਦਾ ਕੰਮ ਕਰਦੀ ਹੈ, ਤੁਸੀਂ ਕਿਰਪਾ ਕਰਕੇ, ਤੁਹਾਡਾ ਟਾਈਮ ਤਾਂ ਲੱਗੇਗਾ ਬਿਕੋਜ਼ ਸਾਨੂੰ ਪਬਲਿਕ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ। ਮੇਰਾ RTA ਦੀ ਹੋ ਸਕਦਾ ਨਜ਼ਰ 'ਚ ਨਾ ਹੋਵੇ,
ਮੇਰੇ ਹਾਂ ਵੀ ਸੌਰਵ ਜੀ ਮੇਰੇ ਆਰਟੀਏ ਦੀ ਹੋ ਸਕਦਾ ਨਜ਼ਰ ਚ ਨਾ ਹੋਵੇ, ਮੇਰੇ ਆਫੀਸਰ ਦੀ ਨਜ਼ਰ ਨਾ ਹੋਵੇ। ਜੇ ਪਬਲਿਕ ਨੂੰ ਇਹ ਗੱਲ ਪਤਾ ਲੱਗਦੀ ਹੈ, ਬਿਕੋਜ਼ ਤੁਸੀਂ ਸਾਨੂੰ ਦੱਸੋਗੇ ਉੱਥੇ 10 ਮਿੰਟ ਅੜ ਜਾਓ, ਸਾਡਾ ਆਰਟੀਏ ਆਏਗਾ ਔਰ ਨੰਬਰ ਲੈ ਲਓ। ਕਮਿਸ਼ਨ ਵੀ 30 ਰੁਪਏ ਕਮਿਸ਼ਨ ਮਿਲਦਾ ਜੀ ਬਸ ਮਗਰੋਂ। ਫੋਟੋ ਵੀ ਨਾਲ ਕਿਹਨੂੰ ਕਮਿਸ਼ਨ ਮਿਲਦਾ? ਕਿਹੜਾ ਮੰਨ ਲਓ ਟਿਕਟ ਕੱਟਦਾ ਹੀ ਪਟਿਆਲੇ ਸੰਗਰੂਰ ਤੱਕ ਕਰਦਾ 12 ਪ੍ਰਾਈਵੇਟ ਚੜਾਉਂਦੇ ਉਹ 30 ਰੁਪਏ ਕਮਿਸ਼ਨ ਮਿਲਦਾ। ਬਿਲਕੁਲ GM ਸਾਹਿਬ ਚੈੱਕ ਇਟ ਆਊਟ। ਹੁਣ ਤੁਹਾਡੇ ਕੋਲੇ ਪਾਵਰਾਂ ਵੀ ਆ ਗਈਆਂ, ਮੇਰੇ ਖਿਆਲ 500 ਮੀਟਰ ਦੀ ਚੈਕਿੰਗ ਕਰ ਰਹੀ ਹੈ। ਪਲੀਜ਼ ਜੇ ਇਦਾਂ ਦੀ ਗੱਲ ਹੁੰਦੀ ਹੈ ਦਿਸ ਇਜ਼ ਯੋਰ ਸਰ ਜੇਕਰ ਪਬਲਿਕ ਮੰਡੀ ਦੇ ਵਿੱਚੋਂ ਇੱਕ ਮਿੰਟ ਇਹ ਤੁਹਾਡੀ ਡਿਊਟੀ ਹੈ। ਅਸੀਂ ਆਪਦੇ GMs ਨੂੰ 500 ਮੀਟਰ ਦੀਆਂ ਜਿਹੜੀਆਂ ਪਹਿਲਾਂ ਤਾਕਤਾਂ ਨਹੀਂ ਸੀਆਂ, ਹੁਣ GM 500 ਮੀਟਰ ਦੇ ਦਾਇਰੇ 'ਚ ਜਾ ਕੇ ਬੱਸਾਂ ਦੇ ਚਲਾਨ ਤੇ ਬੱਸਾਂ ਦੀ ਇਰੈਗੂਲਰਿਟੀਜ਼ ਜਿਹੜੀਆਂ ਹੋ ਰਹੀਆਂ ਉਹਨਾਂ ਤੇ ਉਹ ਚੈਕਿੰਗ ਰੱਖ ਸਕਦੇ ਆ। ਸੋ ਮੇਰਾ ਖਿਆਲ ਹੁਣ ਆਰਟੀਏ ਤੇ ਸਾਡੇ GM ਦੋਨੋਂ ਇਹ ਸ਼ਿਕਾਇਤ ਆਉਣੀ ਨਹੀਂ ਚਾਹੀਦੀ। GM ਸਾਹਿਬ ਜਿਹੜਾ ਅੱਡੇ ਚਲੰਦਾ DC ਸਾਹਿਬ ਵੀ ਆਏ, ਮੈਂ ਉਹਨਾਂ ਨੂੰ ਵੀ ਇਹ ਕਹੂੰਗਾ ਕਿ ਜੇ ਇਸ ਤਰ੍ਹਾਂ ਦਾ ਕਮਿਸ਼ਨ ਲਿਆ ਜਾਂਦਾ है, कुछ बसें जा रही हैं जो वो पटियाला की टिकट देती हैं लेकिन संगरूर में बंदे को उतार देती हैं, पैसे पटियाला के ले लेती हैं, जो पत्रकारों ने ये ध्यान मिलाया। तो ये कुमार सौरभ जी बहुत मैं समझता हूँ कि काबिल एक डिप्टी कमिश्नर हैं। मैंने इनका बहुत काम देखा है और मेरे को लगता है कि अब सुधार आना शुरू हो जाएगा। ਜੇਕਰ ਪਬਲਿਕ ਕੋਈ ਸ਼ਿਕਾਇਤ ਕਰਨਾ ਚਾਹੁੰਦੀ ਹੈ ਯਾਰ ਕੁਐਸਚਨ ਹੈ ਯਾਰ, ਇੱਕ ਵਾਰ ਪੁੱਛ ਲਓ ਯਾਰ, ਸਾਨੂੰ ਪੁੱਛੋ। ਚਲੋ ਭਾਈ ਵੜਿੰਗ ਸਾਹਿਬ, ਇੱਕ ਅਨਾਜ ਮੰਡੀ ਦੇ ਵਿੱਚੋਂ ਮਤਲਬ ਕਿ ਬੱਸਾਂ ਜਾਂਦੀਆਂ ਨੇ ਬਿਹਾਰ ਨੂੰ। ਅੱਜ ਕੱਲ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਠੀਕ ਹੈ। ਉਹ ਬੱਸਾਂ ਦਾ ਕੋਈ ਪਰਮਿਟ ਨਹੀਂ ਹੁੰਦਾ, ਕੋਈ ਕੁਝ ਨਹੀਂ ਹੁੰਦਾ, ਉਹ ਬਿਨਾਂ ਹੀ ਪਰਮਿਟ ਤੋਂ ਹੀ ਬਿਹਾਰ ਤੋਂ। ਤੁਹਾਨੂੰ ਕੀ ਪਤਾ ਪਰਮਿਟ ਨਹੀਂ ਹੁੰਦਾ? ਬਿਲਕੁਲ ਪਤਾ ਜੀ। ਨਹੀਂ ਅਸੀਂ 2-3 ਕੇਸ ਤਾਂ ਮੈਂ ਫੜਿਆ ਜੀ। ਚਲੋ ਹੁਣੇ ਅੱਜ ਜਿੱਥੇ ਜਾਣੀ ਹੈ ਆਰਟੀਏ ਸਾਹਿਬ ਉਹ ਚੈੱਕ ਕਰੋ। ਠੀਕ ਹੈ ਸਰ। ਸਾਡੇ ਇੱਕ ਟੈਂਪਰੇਰੀ ਪਰਮਿਟਸ ਹੁੰਦੇ ਆ, ਉਹਦੀ ਫੀਸ ਹੁੰਦੀ ਹੈ ਇਹਨਾਂ ਬੱਸਾਂ ਦੀ। ਜੇ ਉਹ ਤਾਂ ਕੱਟੇ ਹੋਣ ਤਾਂ ਫਿਰ ਤਾਂ ਕੋਈ ਦਿੱਕਤ ਨਹੀਂ ਹੈ, ਉਹ ਜਾ ਸਕਦੀਆਂ ਬਟ ਜੇ ਉਹ ਨਹੀਂ ਹਨ ਤਾਂ ਸਾਰੀਆਂ ਬੱਸਾਂ ਇੰਪਾਊਂਡ ਕਰਕੇ ਅੰਦਰ ਦੇ ਦਿਓ। ਠੀਕ ਹੈ ਸਰ। ਬਿਲਕੁਲ ਉਹਨਾਂ ਨੇ ਟੈਕਸ ਨਹੀਂ ਪੇ ਕੀਤਾ, ਜੇ ਉਹਨਾਂ ਨੇ ਸਾਡੇ ਤੋਂ ਕੋਈ ਪਰਮਿਟ ਨਹੀਂ, ਉਹਨਾਂ ਦੇ ਰਜਿਸਟਰਡ ਨਹੀਂ ਹੈ ਸਾਡੇ ਉਹਦੇ 'ਚ, ਉਡਾ ਦੇਾਂਗੇ। ਸਰ ਪਬਲਿਕ ਕੋਈ ਸ਼ਿਕਾਇਤ ਕਰਨਾ ਚਾਹੁੰਦੀ ਹੈ, ਸੁਜੈਸ਼ਨ ਕਰਨਾ ਚਾਹੁੰਦੀ ਹੈ, ਕਿਸ ਤਰ੍ਹਾਂ ਕਰ ਸਕਦੀ ਹੈ ਆਪ ਜੀ ਨੂੰ? ਮੇਰਾ ਜੀ ਟੋਲ ਫ੍ਰੀ ਨੰਬਰ ਅਸੀਂ ਦਿੱਤਾ ਹੋਇਆ ਹੈ। ਅਸੀਂ ਇੱਕ WhatsApp ਨੰਬਰ ਕ੍ਰੀਏਟ ਕੀਤਾ ਹੈ, तमाम ਸ਼ਿਕਾਇਤਾਂ ਉਹਦੇ ਤੇ ਆਉਂਦੀਆਂ, ਅਸੀਂ ਉਹ ਅਮਲ ਕਰਦੇ ਹਾਂ। ਰਿਪੀਟ ਕਰ ਦਿਓ ਸਰ। ਉਹ ਆਈ ਡੋਂਟ ਹੈਵ ਨਾਓ, ਬੋਲ ਕੇ ਦੱਸ ਦਿੰਦਾ ਤੁਹਾਨੂੰ, ਪਰ ਉਹ ਅਸੀਂ ਨੰਬਰ ਆਲਰੇਡੀ ਦਿੱਤਾ ਹੈ। ਉਹਦੇ ਤੇ ਘੱਟੋ ਘੱਟ 10,000 ਸ਼ਿਕਾਇਤ ਮੇਰੇ 4 ਬੰਦੇ ਡੀਲ ਕਰ ਰਹੇ ਆ। ਕੱਲ ਮੈਂ ਮਹਿਕਮੇ ਨੂੰ ਕਿਹਾ ਕਿ ਮੈਨੂੰ ਕਿਰਪਾ ਕਰਕੇ ਮੈਨੂੰ ਹੋਰ ਬੰਦੇ ਦਿਓ ਤਾਂ ਜੋ ਅਸੀਂ ਉਹਦੇ ਤੇ ਸ਼ਿਕਾਇਤਾਂ ਤੇ ਅਮਲ ਕਰ ਸਕੀਏ। ਇਟਸ 94 ਯਾਨੀ ਕਿ 94784 54701 54701 ਇਹ ਸਾਡਾ WhatsApp ਨੰਬਰ ਹੈ। ਕਿਸੇ ਦੀ ਕੋਈ ਐਸੀ ਸ਼ਿਕਾਇਤ ਹੋਵੇ, ਫੋਟੋ ਸਰ ਹੋਵੇ। ਟਰਸਟ ਵੱਲੋਂ ਪਹਿਲਾਂ ਵੀ ਲੋਕਾਂ ਦੀ ਸੁਵਿਧਾ ਵਾਸਤੇ ਇੱਕ ਮਿੰਨੀ ਬੱਸ ਸਟੈਂਡ ਵੀ ਬਣਾਇਆ ਗਿਆ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹਨਾਂ ਨੇ ਪਹਿਲਾਂ ਹੀ ਆਪਣੇ ਵੱਲੋਂ ਉਪਰਾਲਾ ਕੀਤਾ ਇੱਕ ITI ਚੌਂਕ 'ਚ ਇਹਨਾਂ ਨੇ ਟਰਸਟ ਵੱਲੋਂ। ਚੰਗੀ ਗੱਲ ਹੈ। ਮੈਂ ਸਮਝਦਾ ਕਿ ਯਾਰ ਇਹ ਕੰਮ ਸਾਡਾ ਹੈ, ਇਹ ਉਪਰਾਲੇ ਦੀ ਹੁਣ ਮੈਂ ਵਧਾਈ ਨਹੀਂ ਕਿਸੇ ਨੂੰ ਦੇ ਸਕਦਾ। ਦਿਸ ਇਜ਼ ਆਵਰ ਜੌਬ। ਇਹ ਮੰਤਰੀ ਜਿਹੜਾ ਟਰਾਂਸਪੋਰਟ ਦਾ ਮੰਤਰੀ ਬੱਸ ਸਟੈਂਡ ਦਾ ਘੁੰਮਦਾ ਫਿਰਦਾ ਹੈ, ਇਹ ਮੇਰੀ ਜ਼ਿੰਮੇਵਾਰੀ ਹੈ। ਕੋਈ ਮੈਂ ਆਸਾਨ ਨਹੀਂ ਕਰ ਰਿਹਾ ਸਰਕਾਰ ਤੇ ਜਾਂ ਪਬਲਿਕ ਤੇ। ਮੈਨੂੰ ਮੰਤਰੀ ਬਣਾਇਆ ਤੇ ਮੰਤਰੀ ਜੇ ਘਰੇ ਸੁੱਤਾ ਪਿਆ ਰਹੇਗਾ, ਮੰਤਰੀ ਦਾ ਕੰਮ ਹੈ ਕਿ ਫਲਾਨੀ ਬੱਸ ਤੇ ਚੜ ਜਾਣਾ, ਫਲਾਨ ਡਿਪੂ 'ਚ ਵੜ ਜਾਣਾ। ਜੇ ਮੈਂ ਤੁਰੂੰਗਾ ਫਿਰੂੰਗਾ ਸਭ ਸਮਝ ਆਉਣੀ ਹੈ। ਸੋ ਟਰਸਟ ਦਾ ਵੀ ਜੇ ਕੋਈ ਟਰਸਟ ਕੰਮ ਕਰ ਰਿਹਾ, ਜੇ ਮਿਊਨਿਸਪਲ ਕਮੇਟੀ ਕੰਮ ਕਰ ਰਹੀ ਹੈ, ਚੰਗੀ ਗੱਲ ਹੈ, ਉਹਨਾਂ ਦੀ ਡਿਊਟੀ ਬਣਦੀ ਹੈ ਔਰ ਵਧੀਆ ਗੱਲ ਹੈ, ਚੰਗਾ ਉਪਰਾਲਾ। ਸਰ ਪਰ ਮਿੰਨੀ ਬੱਸ ਸਟੈਂਡ ਬੰਦ ਆ ਗਿਆ, ਹਾਲਾਂਕਿ ਉੱਥੇ ਅੱਜ ਤੱਕ ਬੱਸ ਨਹੀਂ ਖੜੀ। ਹਾਂਜੀ ਸਰ ਬੱਸ ਨਹੀਂ ਖੜੀ, ਹਜੇ ਤੱਕ ਮਿੰਨੀ ਬੱਸ ਸਟੈਂਡ ਬੰਦ ਆ ਚੁੱਕਿਆ, ਹਜੇ ਤੱਕ ਬੱਸ ਨਹੀਂ ਖੜੀ ਉੱਥੇ। ਯਾਰ ਇਹ ਤਾਂ ਹੁਣ ਬੱਸ ਤਾਂ ਉਹਨਾਂ ਨੇ ਖੜਾਉਣੀ, ਹੁਣ ਬੱਸ ਤਾਂ ਨਹੀਂ ਮੈਂ ਖੜਾਉਣੀ। ਸਰ ਪ੍ਰਾਈਵੇਟ ਦੀ ਗੱਲ ਕਰਦੇ ਆ ਜੀ। ਹਾਂਜੀ ਨਹੀਂ ਬੱਸ ਸਟੈਂਡ ਤੇ ਮੈਨੂੰ ਨਹੀਂ ਪਤਾ ਮੌਜੂਦ ਸ਼ੁਦਾ ਹੈ ਕਿ ਨਹੀਂ ਹੈ, ਸਟੇਜ ਹੈ ਉਹਦੇ 'ਚ ਵੀ ਇੱਕ ਕਾਨੂੰਨ, ਉਹਦੇ 'ਚ ਇੱਕ ਸਿਸਟਮ ਹੈ ਕਿ ਇੱਕ ਤਾਂ ਕਿਤੇ ਨਾ ਕਿਤੇ ਪਬਲਿਕ ਖੜੀ ਹੋ ਜਾਂਦੀ ਹੈ ਤੇ ਜਿੱਥੇ ਬੱਸਸ ਉਹਨਾਂ ਨੂੰ ਚੜਾਉਣ ਲੱਗ ਜੀ। ਕਈ ਥਾਂ ਤੇ ਉਹ ਇੰਪਰੂਵ ਨਹੀਂ ਹੁੰਦੇ ਸਾਡੇ ਕੋਲੋਂ। ਕਈ ਜਿਹੜੇ ਅੱਡੇ ਹੈ ਉਹਨਾਂ ਨੂੰ ਅਸੀਂ ਸਟੇਜ ਕਹੀ ਜਾਂਦੀ ਹੈ, ਕਿਉਂ GM ਸਾਹਿਬ? ਹਾਂਜੀ ਸਟੇਜ ਕਹੀ ਜਾਂਦੀ ਹੈ। ਉਹ ਸਾਡੇ ਆਥੋਰਾਈਜ਼ਡ ਬੁੱਕਸ ਦੇ ਵਿੱਚ ਹੋਣਾ ਚਾਹੀਦਾ ਅੱਡਾ। ਫਿਰ ਅਸੀਂ ਉਹਨਾਂ ਨੂੰ ਡਿਊਟੀ ਦੇ ਸਕਦੇ ਆ ਵੀ ਫਿਰ ਇਸ ਅੱਡੇ ਤੇ ਬੱਸ ਖੜੇਗੀ। ਜਾਂ ਤਾਂ ਸਾਥੋਂ ਮਨਜ਼ੂਰ ਕਰਾਇਆ ਹੋਵੇ। ਇੱਕ ਹੁੰਦਾ ਕਿ ਸ਼ਹਿਰ ਦੇ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਉੱਥੋਂ ਲੋਕ ਚੜ੍ਹਦੇ, ਉਹਨਾਂ ਨੇ ਅੱਡਾ ਬਣਾ ਦਿੰਦੇ। ਸੋ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ। ਉਹ ਦੇਖੋ ਵਿਦਿਨ ਸਿਟੀ ਹੈ ਸਰ, ਵਿਦਿਨ ਸਿਟੀ। ਪਤਾ ਕੀ ਸੀ ਜੀ, ਸੋ ਸਟੇਜ ਨਹੀਂ ਹੈ ਉਹ, ਸਟੇਜ ਦਾ ਕੋਈ ਇਹ ਪਤਾ ਇਟਸ ਓਪਨ। ਅੱਛਾ ਇਹ ਤਾਂ ਪਹਿਲਾਂ ਮਿੰਨੀ ਬੱਸ ਸਟੈਂਡ ਤੇ ਬਣਾਇਆ ਸੀ, ਉੱਥੇ ਅੰਡਰ ਵਿੱਚ ਬਣ ਗਿਆ ਜੀ। ਸਕੂਲੀ ਬੱਸਾਂ ਬਣੀਆਂ ਉਹ ਗਾਹਾਂ ITI ਤੋਂ। ਇਹ ਤਾਂ ਆਪ ਜੀ ਵੱਲੋਂ ਅੱਜ ਬੱਸ ਸਟੈਂਡ ਦਾ ਕੀਤਾ ਗਿਆ, ਜਿਹੜੇ ਬੱਸਾਂ ਚੱਲਦੀਆਂ ਨੇ ਜਿਹਦੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਜਿਹੜੇ ਨਿਯਮ ਬਣੇ ਹੁੰਦੇ ਨੇ ਉਹ ਪੂਰੇ ਨਹੀਂ ਹੁੰਦੇ, ਕਿਉਂਕਿ ਉਸ ਦੇ ਵਿੱਚ ਜਿਹੜੇ ਕਈ ਤਾਂ ਵੱਡੇ ਸਕੂਲ ਨੇ ਜਿਨ੍ਹਾਂ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬੱਚੇ ਵੀ ਪੜ੍ਹਦੇ ਨੇ, ਪਰ ਕਈ ਇਸ ਤਰ੍ਹਾਂ ਦੇ ਸਕੂਲ ਨੇ
ਵੀ ਉਸ ਮਾਮਲੇ 'ਚ ਤੁਸੀਂ ਕੀ ਕਰੋਗੇ? ਸੋ ਇਹਦੇ ਵਾਸਤੇ ਸਖਤ ਹਦਾਇਤ ਆਲਰੇਡੀ ਦਿੱਤੀ ਜਾ ਚੁੱਕੀ ਹੈ ਕਿ ਕਿਸੇ ਵੀ ਸਕੂਲ ਦੇ ਵਿੱਚ ਬਿਨਾਂ ਨੋਰਮਸ ਤੋਂ ਚੱਲਦੀਆਂ ਬੱਸਾਂ ਜਿਹੜੀਆਂ ਨੋਰਮਸ ਪੂਰੇ ਨਹੀਂ ਕਰ ਰਹੀਆਂ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਕਿਸੇ ਤੇ ਕੋਈ ਹਾਦਸਾ ਨਾ ਵਾਪਰੇ। ਕਿਸੇ ਪ੍ਰਕਾਰ ਦਾ ਕੋਈ ਹਾਦਸਾ ਵਾਪਰਿਆ, ਛੋਟੀ ਮਾੜੀ ਵੈਨ ਦਾ ਜਾਂ ਮਾੜੀ ਬੱਸ ਦਾ, ਸਰ ਉਹ ਹਦਾਇਤਾਂ ਜਿਹੜੀਆਂ ਨੇ ਕਾਗਜ਼ਾਂ 'ਚ ਹੀ ਰਹਿ ਗਈਆਂ ਨੇ, ਅਮਲ ਨਹੀਂ ਹੋਇਆ ਉਹਨਾਂ ਤੇ ਅਮਲ ਹੋਏਗਾ ਜੀ। ਅਜੇ 15-20 ਦਿਨ ਹੋਏ ਆ ਮੈਨੂੰ ਥੋੜੇ ਦਿਨ ਪਹਿਲਾਂ ਉਹਦੇ ਤੇ ਅਮਲ ਕਾਫੀ ਹੋ ਰਿਹਾ ਹੈ। ਤੁਸੀਂ ਦੇਖੋ ਜੇ ਅਮਲ ਨਾ ਹੋਇਆ ਹੁੰਦਾ ਤਮਾਮ ਚੀਜ਼ਾਂ ਤੇ ਪਹਿਲਾਂ ਵੱਡੇ ਚੋਰਾਂ ਨੂੰ ਫੜਨ ਲੱਗਿਆ ਨਾ ਜੀ। ਜੇ ਅਮਲ ਨਾ ਹੋਇਆ ਹੁੰਦਾ ਤਾਂ 54 ਲੱਖ ਰੁਪਇਆ ਆਮਦਨ ਕਿਵੇਂ ਵੱਧਦੀ। ਹੁਣ ਮੈਂ ਉਰੇ ਮੈਨੂੰ ਵੀ ਟਾਈਮ ਚਾਹੀਦਾ, ਕਾਗਜ਼ੀ ਪੱਤਰੀ ਵੀ ਚਾਹੀਦਾ। ਹੁਣ 54 ਲੱਖ ਰੁਪਇਆ ਪ੍ਰਤੀ ਦਿਨ ਦਾ ਮੁਨਾਫਾ ਹੋ ਗਿਆ। 15 ਸਾਲ ਯਾਨੀ ਕਿ 365 ਗੁਣਾ 15 ਉਹ ਜਦੋਂ ਕਰਾਂਗੇ ਮੈਨੂੰ ਲੱਗਦਾ ਇੰਨੇ ਦਿਨ ਬਣ ਜਾਂਦੇ 2700 ਕਰੋੜ ਰੁਪਇਆ ਬਣਦਾ ਹੈ। ਸੋ ਆਈ ਐਮ ਪੁਟਿੰਗ ਅ ਇਨਕੁਆਇਰੀ। ਹੁਣ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਹਨਾਂ ਦੇ ਕਾਰਨਾਂ ਦੇ ਕਰਕੇ ਜਿਨ੍ਹਾਂ ਨੂੰ ਪੰਜਾਬ ਤੇ ਰਾਜ ਕੀਤਾ। ਉਹ 3000 ਕਰੋੜ ਰੁਪਏ ਦੇ ਲਗਭਗ ਪੰਜਾਬ ਦਾ ਕੱਲੀਆਂ ਬੱਸਾਂ ਚੋਂ ਖਾ ਚੁੱਕੇ ਹੈ। ਸੋ ਉਹਨੂੰ ਟਾਈਮ ਲੱਗਦਾ ਹੈ। ਸੋ 20 ਦਿਨਾਂ ਦੇ ਵਿੱਚ ਤਾਂ ਬੰਦੇ ਦਾ ਜਿਹੜਾ ਮੰਤਰੀ ਬੰਦਾ ਉਹਦਾ ਹਨੀਮੂਨ ਪੀਰੀਅਡ ਹੀ ਨਹੀਂ ਪੂਰਾ ਹੁੰਦਾ। ਸੋ ਤੁਸੀਂ ਇਹ ਨਾ ਕਰੋ, ਉਲਟਾ ਸਾਥ ਦਿਓ ਵੀ ਅਮਲ ਨਹੀਂ ਹੁੰਦਾ। ਹਰ ਚੀਜ਼ ਤੇ ਅਮਲ ਹੋਊਗਾ। ਰਾਜਾ ਵੜਿੰਗ ਜੋ ਚੀਜ਼ ਕਹੇਗਾ ਉਹਦੇ ਤੇ ਅਮਲ 100% ਹੋਏ। ਜਿਵੇਂ ਤੁਸੀਂ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਕੀ ਉਹਨਾਂ ਨੇ ਕੋਈ ਕਮੀਆਂ ਪੇਸ਼ੀਆਂ ਦੱਸੀਆਂ ਜਾਂ ਕੋਈ ਕਮੀ ਪੇਸ਼ੀ ਦਾ ਤੁਹਾਡੇ ਸਾਹਮਣੇ ਕਿਸੇ ਨੇ ਦੱਸੀ। ਇੱਕ ਬੇਬੇ ਜੀ ਨੇ ਆਖਿਆ ਵੀ ਪੁੱਤ ਬਹੁਤ ਚੰਗਾ ਕੰਮ ਕੀਤਾ ਜਿਹੜਾ ਬੱਸਾਂ ਦਾ ਤੁਸੀਂ ਕਿਰਾਇਆ ਮਾਫ ਕੀਤਾ ਸਾਡੇ ਵਾਸਤੇ। ਉਹ ਬੇਬੇ ਬੈਠੀ ਸੀ, ਉਹ ਤੁਸੀਂ ਦੇਖਿਆ ਹੋਣਾ। ਸੋ ਮੈਨੂੰ ਲੱਗਦਾ ਕਿ ਬਿਲਕੁਲ ਮੈਂ ਆਪ ਮੰਨ ਰਿਹਾ ਯਾਰ ਕਮੀਆਂ ਪੇਸ਼ੀਆਂ ਸਾਡੇ ਹੈਗੀਆਂ। ਕੋਈ ਚੀਜ਼ ਪਰਫੈਕਟ ਨਹੀਂ ਹੈ। ਬੰਦਾ ਆਪਦੇ ਆਪ ਨੂੰ ਜਿੱਦੇ ਮਾਸਟਰ ਸਮਝਣ ਲੱਗ ਪਏਗਾ ਉਹ ਫੇਲ ਹੋ ਜਾਏਗਾ। ਅਸੀਂ ਹਰ ਵਕਤ ਸਟੂਡੈਂਟ ਸਮਝਣਾ ਆਪਦੇ ਆਪ ਨੂੰ। ਕੋਈ ਵਿਅਕਤੀ ਵੀ ਕਿਸੇ ਨੂੰ ਜਾਣਕਾਰੀ ਦੇ ਸਕਦਾ ਹੈ। ਮੇਰੇ ਨਾਲੋਂ ਵੱਧ ਜਾਣਕਾਰੀ ਇਸ ਵਰਕਸ਼ਾਪ ਦੇ ਵਿਅਕਤੀ ਨੂੰ ਹੋ ਸਕਦੀ ਹੈ ਜਿਹਨੂੰ ਇੱਥੇ 9 ਸਾਲ ਹੋ ਗਏ ਕੰਮ ਕਰਦੇ ਨੂੰ। ਮੈਂ ਆ ਕੇ ਕਹਾਂ ਕਿ ਵਰਕਸ਼ਾਪ ਹੈ, ਇਹ ਮੈਨੂੰ ਦੱਸ ਸਕਦਾ ਹੈ ਕਿ ਇੱਥੇ ਆ ਕਮੀ ਹੈ ਜਿਹੜੀ ਕਰ ਮੇਰੀ ਨਜ਼ਰ 'ਚ ਨਹੀਂ ਆਏਗਾ, ਕਿਉਂਕਿ ਜਿਹੜਾ ਬੰਦਾ ਉੱਥੇ ਬੈਠਾ ਹੈ ਉਹਨੂੰ ਜ਼ਿਆਦਾ ਜਾਣਕਾਰੀ ਹੈ। ਤਾਂ ਮੈਂ ਇਹਨਾਂ ਲੋਕਾਂ ਤੋਂ ਸਿੱਖ ਰਿਹਾ। ਕੋਈ ਵਰਕਸ਼ਾਪ ਵਾਲਾ ਸੁਣਾ ਰਿਹਾ ਹੈ, ਕੋਈ ਮੈਨੂੰ GM ਸਿਖਾ ਰਿਹਾ ਹੈ, ਕੋਈ ਮੈਨੂੰ ਡਰਾਈਵਰ ਸਿਖਾ ਰਿਹਾ ਹੈ, ਕੋਈ ਮੈਨੂੰ ਕਨੈਕਟਰ ਸਿਖਾ ਰਿਹਾ ਹੈ। ਸੋ ਕੋਈ ਮੈਨੂੰ ਜਨਤਾ ਸਿਖਾ ਰਹੀ ਹੈ ਕਿ ਇੱਥੇ ਆ ਕਮੀ ਹੈ। ਜਿਵੇਂ ਹੁਣ ਤੁਸੀਂ ਦੱਸਿਆ ਕਿ ਇਹ ਪਤਾ ਹੀ ਨਹੀਂ ਸੀ ਗੱਲ ਕਿ ਪਟਿਆਲੇ ਦੀ ਟਿਕਟ ਤੇ ਲਾ ਦਿੰਦੇ ਆ, ਸੰਗਰੂਰ 'ਚ ਪੈਸੇ ਉੱਥੋਂ ਦੇ ਲੈ ਲੈਂਦੇ, ਇੱਥੇ 30 ਰੁਪਏ ਲੈ ਕਮਿਸ਼ਨ ਲਿਆ ਜਾਂਦਾ। ਸੋ ਹੁਣ ਦੇਖਿਓ ਨਾ ਇਹਦਾ ਅੱਜ ਹੀ ਅਮਲ ਕੀ ਦੇਖਿਓ ਕੀ ਹੁੰਦਾ। ਸੋ ਮੇਰੇ ਕਹਿਣ ਦਾ ਮਤਲਬ ਇਹ ਜਾਣਕਾਰੀ 'ਚ ਵਾਧਾ ਹੋ ਰਿਹਾ। ਸੋ ਇਹ ਹੁਣ ਥੋੜਾ ਯਾਰ ਹਨੀਮੂਨ ਪੀਰੀਅਡ ਹੈ। ਤੁਸੀਂ ਮੈਨੂੰ 2-3 ਮਹੀਨੇ ਕੰਮ ਕਰਨ ਦਿਓ। ਜਿੱਥੇ ਕੋਈ ਤੁਹਾਨੂੰ ਲੱਗਦੀ ਹੈ ਨਲਾਇਕੀ ਉਹ ਮੈਨੂੰ ਦੱਸਦੇ ਰਹੋ। ਅਸੀਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ यू गौरव साहब। सॉरी थैंक यू सो मच सर। बिना बताए कल आपका फोन आया था, मैं नहीं फोटो फड़ी आजा कोई ਲੇਟ ਪਤਾ ਲੱਗਿਆ ਸਾਨੂੰ। ਨਹੀਂ ਫਿਰ ਤੁਸੀਂ VIP ਲੋਕ ਹੋ ਥੋੜਾ ਲੇਟ ਨਹੀਂ ਤੁਸੀਂ ਨਾ ਕੀ ਹੋਣੀ ਨਾ ਕੀ but you have to look after this person. What he say कि 1 करोड़ का नहीं 1.5 करोड़ का हम दे रहे हैं, करोड़ रुपए का इन्होंने लगाया। तो 1.5 करोड़ का वो जो इतना फुटबॉल है। आपका चीफ इंजीनियर के पास है, ये गौरव जी आप ये देखिए, 1 करोड़ तो ये लगा रहे हैं, 1.5 में मेरी